ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੁੱਤਰੀ ਕੌਲ ਨ ਪਾਲਿਓ, ਕਰ ਪੀ ਰਹੋ ਕੰਨ ਮੁਰਟੀਐ। ਦਿਲ ਖੋਟੈ ਆਕੀ ਫਿਰਨ, ਬਨ ਭਾਰ ਉਚਾਇਨ ਛਟੀਐ। ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਠੱਟੀਐ। ਕੌਣ ਹਾਰੇ ਕਿਨ ਉਵੱਟੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਸਥਾਨ ਸੋਕਾਰ ਅਸਥਾਨ ਵਿਖੇ ਚੱਲ ਰਹੀ ਹਜ਼ੂਰ ਦੀ ਲੜੀਵਾਰ ਵਿਆਖਿਆ ਵਿੱਚ ਅੱਜ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਹਦੇ ਵਿੱਚੋਂ ਆਪਾਂ 967 ਅੰਗ ਉੱਪਰ ਵਿਚਾਰ ਕਰਨੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਕੇ ਆਪ ਜੀ ਨੇ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ ਬਾਣੀ ਉਚਾਰਨ ਕੀਤੀ ਔਰ ਅਰਥ ਵੀ ਕੀਤੇ। ਸੋ ਉਸੇ ਬਖਸ਼ਾਂ ਦਾ ਸਦਕਾ ਅੱਜ ਆਪਾਂ ਇਹ ਵਿਚਾਰਾਂ ਕਰ ਰਹੇ ਹਾਂ। ਸੋ ਸਤਿਗੁਰੂ ਦੇ ਜਿਹੜੇ ਸਿੱਖ ਸਨ ਦੋਵੇਂ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਪਹਿਲਾਂ ਨਿੰਦਿਆ ਕੀਤੀ ਸੀ, ਭਾਈ ਸੱਤਾ ਅਤੇ ਭਾਈ ਬਲਵੰਡਾ ਗੁਰੂ ਕੇ ਕੀਰਤਨੀਏ ਸਨ, ਗੁਰੂ ਕੇ ਰਾਗੀ ਸਨ। ਇਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਟਾਈਮ ਦੇ ਉੱਤੇ, ਉਹ ਪਿੱਛੇ ਆਪਾਂ ਸਾਰਾ ਬੋਲ ਦਿੱਤਾ ਹੈ ਕਿ ਮਾਇਆ ਮੰਗੀ ਅਤੇ ਫਿਰ ਥੋੜ੍ਹੀ ਮਿਲੀ, ਜਿਹੜੀ ਭੇਟਾ ਚੜ੍ਹੀ ਸੀ, ਤਾਂ ਇਹਨਾਂ ਨੇ ਬਹੁਤ ਬੋਲ ਕਬੋਲ ਬੋਲੇ ਗੁਰੂ ਨਾਨਕ ਸਾਹਿਬ ਬਾਰੇ ਵੀ, ਦੂਸਰੇ ਗੁਰੂ ਸਾਹਿਬਾਨ ਬਾਰੇ ਵੀ। ਸਤਿਗੁਰਾਂ ਨੇ ਇਹਨਾਂ ਨੂੰ ਗੁਰੂ ਸਾਹਿਬ ਦੀ ਨਾਰਾਜ਼ਗੀ ਹੋਈ, ਤਾਂ ਫਿਰ ਇਹ ਬਿਮਾਰ ਹੋ ਗਏ ਬਹੁਤ ਜ਼ਿਆਦਾ। ਗਲੇ ਇਹਨਾਂ ਦੇ ਕੰਮ ਨਹੀਂ ਸੀ ਕਰਦੇ, ਸਰੀਰ ਫਿੱਟ ਗਿਆ ਸਾਰਾ। ਤਾਂ ਸਤਿਗੁਰਾਂ ਨੇ ਫਿਰ ਬਚਨ ਕੀਤਾ ਵੀ ਜੀ ਪਰਤ ਕੇ ਉਸਤਤ ਕਰੋਗੇ ਗੁਰੂ ਸਾਹਿਬ ਦੀ, ਅਤੇ ਤਾਂ ਤੁਹਾਡੀ ਜਿਹੜੀ ਹੈ ਇਹ ਰੋਗ ਠੀਕ ਹੋਵੇਗਾ। ਫਿਰ ਇਹਨਾਂ ਨੇ ਉਸਤਤ ਦੇ ਵਿੱਚ ਇਹ ਵਾਰ ਕਹੀ ਹੈ। 5 ਗੁਰੂ ਸਾਹਿਬਾਨ ਦੀ ਉਸਤਤ ਦੇ ਵਿੱਚ ਇਹ ਹੁਣ ਦੂਸਰੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਗੁਰੂ ਅੰਗਦ ਦੇਵ ਜੀ ਦੀ ਉਸਤਤ ਵਿੱਚ ਬੋਲ ਰਹੇ ਹਨ। ਔਰ ਸਾਧ ਸੰਗਤ ਜੀ, ਇਹਦੇ ਵਿੱਚ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰਾਂ ਬਾਰੇ ਵੀ ਕੁਝ ਬਚਨ ਔਰ ਸਿੱਖਾਂ ਬਾਰੇ ਬਚਨ ਕੀਤੇ ਹਨ। ਸਰਵਣ ਕਰੀਏ। ਪੁੱਤਰੀ ਕੌਲ ਨ ਪਾਲਿਓ, ਕਰ ਪੀ ਰਹੋ ਕੰਨ ਮੁਰਟੀਐ। ਪੁੱਤਰੀ ਪੁੱਤਰਾਂ ਨੇ ਕੌਲ ਨਾ ਪਾਲਿਆ, ਬਚਨ ਨਾ ਪਾਲਿਆ। ਗੁਰੂ ਸਾਹਿਬ ਦਾ ਬਚਨ ਇਹ ਸੀ ਵੀ ਕੌਲਾ ਕੱਢ ਦਿਓ ਚਿੱਕੜ ਵਿੱਚੋਂ, ਕਿੱਕਰ ਨੂੰ ਹਿਲਾ ਦਿਓ। ਹੋਰ ਕੋਈ ਇਹ ਬਚਨ ਨਹੀਂ ਸੀ ਕਿ ਬਾਬਾ ਸ੍ਰੀ ਚੰਦ ਨੇ ਵਿਆਹ ਨਹੀਂ ਸੀ ਕਰਾਇਆ। ਜੇ ਇਹ ਮੰਨ ਲਿਆ ਜਾਏ, ਫਿਰ ਇੱਕ ਨੇ ਤਾਂ ਵਿਆਹ ਕਰਾਇਆ ਸੀ, ਫਿਰ ਪੁੱਤਰੀ ਕਿਉਂ ਲਿਖਣਾ ਸੀ? ਫਿਰ ਪੁੱਤਰ ਲਿਖ ਦਿੰਦੇ। ਇੱਕ ਪੁੱਤਰ ਨੇ ਤਾਂ ਕਰਾਇਆ ਹੀ ਸੀ ਨਾ। ਕਈ ਇਹ ਵੀ ਕਹਿੰਦੇ ਸੁਣੀਦੇ ਹਨ ਕਿ ਉਹਨਾਂ ਨੇ ਗ੍ਰਸਤ ਨਹੀਂ ਸੀ ਧਾਰਨ ਕੀਤਾ, ਇਹ ਬਚਨ ਨਹੀਂ ਸੀ ਪਾਲਿਆ। ਗੁਰੂ ਸਾਹਿਬ ਨੇ ਗ੍ਰਸਤੀ ਬਣਾਏ ਸਨ, ਤਾਂ ਗ੍ਰਸਤੀ ਤਾਂ ਫਿਰ ਇੱਕ ਨਹੀਂ ਸੀ ਬਣਿਆ। ਬਾਬਾ ਸ੍ਰੀ ਚੰਦ ਦੂਸਰੇ ਲਖਮੀ ਚੰਦ 'ਤੇ ਬਣਿਆ ਹੋਇਆ ਸੀ। ਤਾਂ ਫਿਰ ਇਹ ਪੁੱਤਰੀ ਦਾ ਮਤਲਬ ਤਾਂ ਜ਼ਿਆਦਾ 2 ਪੁੱਤਰ ਨੇ, ਬਹੁਵਚਨ ਹੈ। ਦੂਸਰੀ ਗੱਲ, ਹੋਰ ਵੀ ਕਈ ਸਿੱਖ ਹੋਏ ਨੇ, ਜਿਵੇਂ ਭਾਈ ਗੁਰਦਾਸ ਨੇ, ਉਹਨਾਂ ਨੇ ਆਪ ਨੇ ਆਨੰਦ ਕਾਰਜ ਕਰਾਇਆ, ਨਹੀਂ ਵਿਆਹ ਕਰਾਇਆ। ਤਾਂ ਇਹਦਾ ਮਤਲਬ ਇਹ ਨਹੀਂ ਸੀ। ਅਸਲ ਵਿੱਚ ਇੱਥੇ ਜਿਹੜੇ ਭਾਈ ਸੱਤਾ ਅਤੇ ਬਲਵੰਡਾ ਨੇ, ਇਹ ਬਾਅਦ ਵਿੱਚ ਫਿਰ ਜਿਹੜੇ ਚੌਥੇ ਪਾਤਸ਼ਾਹ ਦੇ ਟਾਈਮ ਤੋਂ ਲੈ ਕੇ ਫਿਰ ਮਿਲਾਪ ਹੋ ਗਿਆ ਬਾਬਾ ਸ੍ਰੀ ਚੰਦ ਜੀ ਦੇ ਨਾਲ ਗੁਰੂ ਘਰ ਦਾ। ਉਦਾਸੀ ਸੰਪਰਦਾ ਦਾ ਵਿੱਚੇ ਵਿੱਚ ਵੀ ਮਿਲਾਪ ਚੱਲਦੇ ਰਿਹਾ। ਥੋੜ੍ਹਾ ਜਿਹਾ ਫਰਕ ਜ਼ਰੂਰ ਪਿਆ ਸੀ ਦੂਜੇ ਪਾਤਸ਼ਾਹ ਦੇ ਟਾਈਮ 'ਤੇ, ਤੀਜੇ ਪਾਤਸ਼ਾਹ ਦੇ ਟਾਈਮ 'ਤੇ। ਫਿਰ ਚੌਥੇ ਪਾਤਸ਼ਾਹ ਦੇ ਟਾਈਮ 'ਤੇ ਬਾਬਾ ਸ੍ਰੀ ਚੰਦ ਦੇ ਨਾਲ ਬਹੁਤ ਗੂੜਾ ਸੰਬੰਧ ਉਦਾਸੀ ਸੰਪਰਦਾ ਦਾ ਸਿੱਖ ਧਰਮ ਦੇ ਨਾਲ ਬਣਿਆ ਹੈ। ਔਰ 5ਵੇਂ ਪਾਤਸ਼ਾਹ ਦੇ ਨਾਲ
ਇਹ ਬਾਬਾ ਸ੍ਰੀ ਚੰਦ ਜੀ ਦਾ ਸਤਿਕਾਰ ਕਰਦੇ ਰਹੇ, 6ਵੇਂ ਪਾਤਸ਼ਾਹ ਕਰਦੇ ਰਹੇ। ਇਹ ਸਾਰੀਆਂ ਗੱਲਾਂ ਆਪਾਂ ਵਿਸਤਾਰ ਵਿੱਚ ਪਿੱਛੇ ਕਰ ਚੁੱਕੇ ਹਾਂ। ਔਰ ਇਹ ਜਿਹੜੇ ਸਾਧ ਸੰਗਤ ਜੀ ਭਾਈ ਸੱਤਾ ਤੇ ਬਲਵੰਡਾ ਨੇ ਇੱਥੇ ਗੁਰੂ ਕੇ ਪੁੱਤਰਾਂ ਦੀ ਨਿੰਦਿਆ ਨਹੀਂ ਕਰ ਰਹੇ, ਸਿਰਫ ਉਹਨਾਂ ਦਾ ਪ੍ਰੂਫ ਦੇ ਰਹੇ ਨੇ। ਪ੍ਰੂਫ ਦੇ ਕੇ ਕਹਿ ਰਹੇ ਨੇ ਸੱਚੇ ਪਾਤਸ਼ਾਹ ਕਿ ਵੇਖੋ ਪੁੱਤਰਾਂ ਨੇ ਵੀ ਬਚਨ ਨਹੀਂ ਸੀ ਨਾ ਮੰਨਿਆ। ਜੇ ਅਸੀਂ ਨਹੀਂ ਮੰਨਿਆ, ਉਹਨਾਂ ਨੇ ਬਚਨ ਨਹੀਂ ਸੀ ਮੰਨਿਆ, ਤੇ ਉਹਨਾਂ ਦੀ ਤਾਂ ਆਪ ਜੀ ਨੇ ਉਹਨਾਂ ਨੂੰ ਫਿਰ ਆਪਣੇ ਨਾਲ ਜੋੜ ਲਿਆ ਸੀ ਪਰਤ ਕੇ, ਤੇ ਅਸੀਂ ਵੀ ਨਹੀਂ ਤੁਹਾਡਾ ਬਚਨ ਮੰਨ ਸਕੇ, ਤੇ ਸਾਡੇ 'ਤੇ ਵੀ ਉਸ ਤਰ੍ਹਾਂ ਕਿਰਪਾ ਕਰ ਦਿਓ। ਕਿਸੇ ਵੀ ਬਾਣੀ ਨੇ ਜਦੋਂ ਅਰਥ ਵੇਖਣੇ ਹੋਣ ਨਾ, ਉਹਦਾ ਇਹ ਵੇਖਣਾ, ਬੈਕਗਰਾਊਂਡ ਵੇਖਣੀ ਪੈਂਦੀ ਹੈ ਕਿ ਬਾਣੀ ਉਚਾਰੀ ਕਿਹੜੇ ਮਾਹੌਲ ਵਿੱਚ ਗਈ, ਕਿਉਂ ਉਚਾਰੀ ਗਈ ਹੈ। ਇਹ ਸਾਰੀ ਬਾਣੀ ਵਿੱਚ ਗੁਰੂ ਸਾਹਿਬ ਦੇ ਪਿਆਰ ਅਤੇ ਬਖਸ਼ਣ ਵਾਲੇ ਸੁਭਾਅ ਨੂੰ ਸਾਹਮਣੇ ਰੱਖਿਆ ਹੈ ਸੱਤੇ ਤੇ ਬਲਵੰਡੇ ਨੇ। ਔਰ ਇੱਥੇ ਉਹਨਾਂ ਦਾ ਕਹਿਣ ਦਾ ਮਤਲਬ ਹੈ ਪੁੱਤਰੀ ਕੌਲ ਨਾ ਪਾਲਿਓ। ਪੁੱਤਰਾਂ ਨੇ ਵੀ ਬਚਨ ਨਹੀਂ ਸੀ ਮੰਨਿਆ, ਪਰ ਫਿਰ ਵੀ ਉਹਨਾਂ ਨੂੰ ਤੁਸੀਂ ਸਤਿਕਾਰ ਦਿੱਤਾ, ਆਪਸ ਵਿੱਚ ਪੰਥ ਵਿੱਚ ਮੇਲ ਲਿਆ। ਉਦਾਸੀ ਸੰਪਰਦਾ ਅੱਜ ਤੱਕ ਚੱਲਦੀ ਹੈ, ਤਾਂ ਸਾਨੂੰ ਵੀ ਮਹਾਰਾਜ ਤੁਸੀਂ ਬਖਸ਼ ਲਓ। ਕਰ ਪੀਰੋਂ ਕੰਨ ਮੁਰੱਟੀਐ, ਗੁਰੂ ਸਾਹਿਬ ਵੱਲੋਂ ਕੰਨ ਮੋਢਾ ਜਿਹੜਾ ਮੁਰੱਟੀਐ, ਮੋਢਾ ਕਰ ਲਿਆ, ਥੋੜ੍ਹਾ ਜਿਹਾ ਮੂੰਹ ਪਰਾ ਜਿਹਾ ਕਰ ਲਿਆ। ਕੋਈ ਗਲਤ ਤਾਂ ਨਹੀਂ ਬੋਲੇ, ਕੋਈ ਅੱਗੋਂ ਕੋਈ ਗਲਤ ਸ਼ਬਦ ਅਪਸ਼ਬਦ ਇੱਥੇ ਨਹੀਂ ਬੋਲੇ। ਇੱਥੇ ਤਾਂ ਕਈ, ਹੁਣ ਪ੍ਰਿਥੀ ਚੰਦ ਵੀ ਕਿੰਨਾ ਗਲਤ ਬੋਲਦਾ ਰਿਹਾ ਮਹਾਰਾਜ ਨੂੰ, ਅੱਗੋਂ ਕਈ ਕੁਝ ਬੋਲਦਾ ਰਿਹਾ, ਕਹਿੰਦੇ ਕਰਕੇ ਵਿਖਾਇਆ ਜੇ ਤੁਸੀਂ ਗੁਰਕੱਦੀ, ਕਈ ਬੋਲੇ ਨੇ ਗੁਰੂ ਸਾਹਿਬ ਨੂੰ ਬਹੁਤ। ਪਰ ਇਹ ਜਿਹੜੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਨੇ, ਇਹਨਾਂ ਨੇ ਸਿਰਫ ਚੁੱਪ ਹੀ ਕਰ ਗਏ ਨਾ ਵੀ ਨਹੀਂ ਮਹਾਰਾਜ ਹੋਰ ਕੋਈ ਕੱਲ੍ਹ ਨੂੰ ਕੱਢ ਦਿਆਂਗੇ, ਜਾਂ ਗੱਲ ਨੂੰ ਟਾਲ ਦਿੱਤਾ। ਕੋਈ ਮਾੜਾ ਤਾਂ ਨਹੀਂ ਬੋਲਿਆ ਉਹਨਾਂ ਨੇ। ਇਸ ਕਰਕੇ ਤਾਂ ਮੈਂ ਨਾਲ ਗੱਲ ਕਰ ਰਿਹਾ ਵੀ ਜਿਹੜਾ ਅੱਜ ਕੱਲ੍ਹ ਇਹ ਚੱਲ ਰਿਹਾ ਇੱਕ ਬਾਬਾ ਸ੍ਰੀ ਚੰਦ ਦਾ ਇੱਕ ਬਣਾ ਕੇ ਨਿਸ਼ਾਨਾ, ਅਤੇ ਕਈ ਲੋਕਾਂ ਦਾ ਤੇ ਮਕਸਦ ਹੈ ਆਪਣਾ ਨਾਂ ਚਮਕਾਉਣਾ ਵੀ ਇਹਨੇ ਬੜੀ ਕ੍ਰਾਂਤੀਕਾਰੀ ਗੱਲ ਕਰ ਦਿੱਤੀ, ਬੜੀ ਬਹਾਦਰੀ ਕਰ ਦਿੱਤੀ ਹੈ ਵੀ ਗੁਰੂ ਕੇ ਪੁੱਤਰਾਂ ਦਾ ਵਿਰੋਧ ਕਰ ਦਿੱਤਾ ਹੈ। ਵੀ ਹੋਰ ਵੀ ਤਾਂ ਕਿੰਨੇ ਵਿਰੋਧੀ ਹੋਏ ਨੇ। ਇਸ ਕਰਕੇ ਇਹ ਬਾਣੀ ਨੂੰ ਸਮਝਦੇ ਨਹੀਂ, ਬਾਣੀ ਦੇ ਸੁਭਾਅ ਨੂੰ ਨਹੀਂ ਸਮਝਦੇ ਕਿ ਬਾਣੀ ਉਦੋਂ ਉਚਾਰੀ ਹੈ ਸੱਤੇ ਤੇ ਬਲਵੰਡੇ ਨੇ। ਉਹਨਾਂ ਕਿਹਾ ਮਹਾਰਾਜ ਉਹਨਾਂ ਨੂੰ ਵੀ ਤੇ ਉਹਨਾਂ ਬਚਨ ਨਹੀਂ ਸੀ ਮੰਨਿਆ, ਫਿਰ ਵੀ ਆਪ ਜੀ ਨੇ ਮੇਲ ਲਿਆ ਹੈ। ਦਿਲ ਕੋਟੈ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀਐ। ਉਹਦਾ ਕਾਰਨ ਸੀ ਕਿ ਦਿਲ ਦੇ ਵਿੱਚ ਖੋਟ ਪੈਦਾ ਹੋ ਗਿਆ ਉਹਨਾਂ ਦੇ, ਤੇ ਆਕੀ ਹੋ ਗਿਆ, ਗੁਰੂ ਸਾਹਿਬ ਤੋਂ ਮੂੰਹ ਪਰਾਂ ਕਰ ਲਿਆ ਹੈ। ਇਹ ਕੁਦਰਤੀ ਮਨੁੱਖੀ ਸੁਭਾਅ ਹੈ, ਤੇ ਗੁਰੂ ਸਾਹਿਬ ਨੇ ਮਾਇਆ ਪਾਈ ਹੋਈ ਸੀ ਕਿ ਪੁੱਤਰਾਂ ਨੂੰ ਗੱਦੀ ਜਿਹੜੀ ਹੈ ਉਹ ਦੇਣੀ ਭਾਈ ਲਹਿਣੇ ਨੂੰ। ਪਹਿਲਾਂ ਬੇਨਤੀ ਕਰਕੇ ਪਿੱਛੇ ਆਏ ਹਾਂ ਕਿ ਉਹ ਜਿਹੜੀ ਸਾਧ ਸੰਗਤ ਜੀ ਪਹਿਲੇ ਦਿਨ ਹੀ ਬਚਨ ਕਰ ਦਿੱਤਾ ਸੀ, ਆ ਭਾਈ ਲਹਿਣਾ ਤੂੰ ਸਾਡੇ ਤੋਂ ਲੈਣਾ ਤੇ ਅਸੀਂ ਤੇਰਾ ਦੇਣਾ ਹੈ। ਤੇ ਜਦੋਂ ਲੈਣਾ ਭਾਈ ਲੈਣੇ ਨੇ ਸੀ, ਤੇ ਜੇ ਪੁੱਤਰ ਵੀ ਬਚਨ ਮੰਨੀ ਜਾਂਦੇ ਤੇ ਫਿਰ ਕਿਹਨੂੰ ਦਿੰਦੇ, ਪੁੱਤਰਾਂ ਨੂੰ ਦੇਣਾ ਪੈਣਾ ਸੀ ਫਿਰ। ਇਸ ਕਰਕੇ ਗੁਰੂ ਸਾਹਿਬ ਨੇ ਮਾਇਆ ਪਾ ਦਿੱਤੀ ਸੀ। ਉਹ ਮਾਇਆ ਦੇ ਪਏ ਹੋਣ ਕਰਕੇ ਅੰਦਰ ਇਹ ਫਰਕ ਜਿਹਾ ਪੈ ਗਿਆ, ਮਨ ਮੁਟਾਵ ਜਿਹਾ ਹੋ ਗਿਆ ਵੀ ਇਹ ਕੋਈ ਨਹੀਂ, ਇਹ ਗੱਲਾਂ ਬਾਪੂ ਜਿਹੜੀਆਂ ਕਰਦਾ ਹੈ। ਨਾਲੇ ਕੁਦਰਤੀ ਪਿਓ ਪੁੱਤਰ ਦਾ ਸੰਬੰਧ ਵੀ ਹੁੰਦਾ ਹੈ। ਤੁਸੀਂ ਵੇਖ ਲਓ ਵੀ ਕੋਈ ਵਿਰਲੇ ਹੀ ਨੇ ਜਿਹੜੇ ਸੱਤ ਬਚਨ ਕਰਦੇ ਨੇ, ਤੇ ਮਾੜਾ ਮੋਟਾ ਮੂੰਹ ਸਿਰ ਜ਼ਰੂਰ ਫੇਰਦੇ ਨੇ ਵੀ ਨਹੀਂ ਵੇਖਾਂਗੇ ਕਰਾਂਗੇ ਕੋਈ ਗੱਲ ਨਹੀਂ। ਤਾਂ ਇਸ ਤਰ੍ਹਾਂ ਕਈ ਗੱਲਾਂ ਆਉਂਦੀਆਂ ਨੇ। ਕਈ ਫਿਰ ਮਸ਼ਕਰੀ ਦੇ ਵਿੱਚ ਵੀ ਕੁਝ ਗੱਲਾਂ ਕਰਦੇ। ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦੇ ਨੇ ਕਿ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੇ ਕਿਹਾ ਬਾਬਾ ਸ੍ਰੀ ਚੰਦ ਜੀ ਨੂੰ, ਕਹਿਣ ਲੱਗੇ ਬੇਟਾ ਸ੍ਰੀ ਚੰਦ, ਮੈਂ ਤੁਹਾਡਾ ਪਿਤਾ ਵੇਖ ਸਾਰੀ ਦੁਨੀਆ ਮੇਰਾ ਨਾਂ ਲੈਂਦੀ ਹੈ, ਤੁਸੀਂ ਮੇਰੀ ਗੱਲ ਨਹੀਂ ਮੰਨਦੇ ਜੋ ਮੈਂ ਕਹਿਣਾ। ਤੇ ਬਾਬਾ ਸ੍ਰੀ ਚੰਦ ਨੇ ਅੱਗੋਂ ਕਿਹਾ, ਕਹਿਣ ਲੱਗੇ ਪਿਤਾ ਜੀ ਇੱਕ ਗੱਲ ਦੱਸੋਗੇ? ਕਹਿੰਦੇ ਕੀ? ਕਹਿੰਦੇ ਤੁਸੀਂ ਦੱਸੋ, ਤੁਸੀਂ ਆਪਣੇ ਪਿਤਾ ਦਾ ਕਹਿਣਾ ਮੰਨਦੇ ਸੀ? ਗੁਰੂ ਸਾਹਿਬ ਚੁੱਪ ਕਰ ਗਏ, ਕਹਿੰਦੇ ਬਹੁਤ ਸਿਆਣਾ ਹੋ ਗਿਆ ਤੂੰ, ਵਾਕਈ ਨਹੀਂ ਸੀ ਮੰਨਦੇ। ਉਹਨਾਂ ਨੇ ਕਿਹਾ ਸੀ ਵਪਾਰੀ ਬਣ ਜਾ, ਤਹਿਸੀਲਦਾਰ ਬਣ ਜਾ, ਆਹ ਬਣ ਜਾ, ਉਹ ਬਣ ਜਾ। ਕਹਿਣ ਲੱਗੇ ਵੀ ਨਹੀਂ ਸੀ ਮੰਨਦੇ। ਬਿਲਕੁਲ ਠੀਕ। ਫਿਰ ਕਹਿੰਦੇ ਰੀਤ ਹੀ ਬਣੀ ਆਉਂਦੀ, ਕੋਈ ਗੱਲ ਨਹੀਂ। ਤੁਸਾਂ ਨੇ ਆਪਣੇ ਬਾਪੂ ਦਾ ਆਖਾ ਨਹੀਂ ਮੰਨਿਆ, ਉਹ ਕਹਿੰਦੇ ਸੀ ਸੰਸਾਰੀ ਬਣ ਜਾ, ਤੇ ਹੁਣ ਮੈਨੂੰ ਤੁਸੀਂ ਕਹਿੰਦੇ ਹੋ ਵੀ ਆਹ ਕੌਲਾ ਕੱਢ ਦੇ ਤੇ ਆਹ ਕੱਢ ਦੇ, ਮੈਂ ਵੀ ਇਸ ਤਰ੍ਹਾਂ ਕਰ ਲੈਣਾ, ਤਾਂ ਫਿਰ ਕੀ ਹੋ ਗਿਆ? ਤਾਂ ਇਸ ਤਰ੍ਹਾਂ ਆਕੀ ਹੋ ਗਿਆ ਗੁਰੂ ਸਾਹਿਬ ਤੋਂ, ਬਨ ਭਾਰ ਉਚਾਇਨ ਛੱਟੀਐ। ਤੇ ਜਿਹੜਾ ਭਾਰ ਸੀ ਹੁਕਮ ਨਾ ਮੰਨਣ ਦਾ,
ਉਹ ਸਿਰ ਦੇ ਉੱਤੇ ਪੰਡ ਬਣਾ ਕੇ ਚੁੱਕ ਲਿਆ ਇਹਨਾਂ ਨੇ। ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥੱਟੀਐ। ਇਹ ਜਿਹੜੀਆਂ ਪਿਛਲੀਆਂ ਦੋ ਪੰਕਤੀਆਂ ਨੇ ਸਾਰੇ ਸੱਚ ਨੂੰ ਖੋਲ੍ਹਦੀਆਂ ਨੇ। ਇਹਦੇ ਵਿੱਚ ਸੱਤਾ ਤੇ ਬਲਵੰਡਾ ਕਹਿ ਰਹੇ ਮਹਾਰਾਜ ਜਿਨ ਆਖੀ, ਜਿਹਨੇ ਇਹ ਸਾਰੀ ਗੱਲ ਆਖੀ ਹੈ ਨਾ ਸੋਈ ਕਰੇ, ਉਹ ਹੀ ਕਰਦਾ ਪਿਆ ਇਹ ਨਾਟਕ। ਤੇ ਜਿਨ ਕੀਤੀ ਤਿੰਨੇ ਥੱਟੀ ਹੈ, ਜਿਹਨੇ ਥਾਟ ਬਣਾਇਆ, ਸਾਂਗ ਬਣਾਇਆ, ਸਾਰਾ ਬਣਾਵਟ ਬਣਾਈ ਹੈ ਇਸ ਕਹਾਣੀ ਦੀ ਵੀ ਇਸ ਤਰ੍ਹਾਂ ਹੋਣਾ ਹੈ। ਜਿਨ ਆਖੀ, ਜਿਵੇਂ ਕੋਈ ਨਾਟਕ ਖੇਡਣਾ ਹੋਵੇ ਤੇ ਇੱਕ ਬੰਦਾ ਨਾਟਕ ਲਿਖਦਾ ਹੈ। ਜਿਨ ਆਖੀ, ਗੁਰੂ ਸਾਹਿਬ ਨੇ ਪਹਿਲਾਂ ਇਹਨੂੰ ਘੜਿਆ, ਪਹਿਲਾਂ ਆਖਿਆ, ਫਿਰ ਉਸ ਨਾਟਕ ਨੂੰ ਖੇਡਿਆ ਜਾਂਦਾ ਹੈ। ਸੋਈ ਕਰੇ, ਕੋਈ ਕੁਝ ਬਣ ਜਾਂਦਾ, ਕੋਈ ਕੁਝ ਬਣ ਜਾਂਦਾ। ਉਹ ਅਸਲ ਵਿੱਚ ਨਹੀਂ ਹੁੰਦਾ, ਉਸ ਤਰ੍ਹਾਂ ਉਹ ਨਾਟਕ ਦੇ ਰੂਪ ਵਿੱਚ ਹੁੰਦਾ ਹੈ। ਇਸ ਲਈ ਕਲਗੀਧਰ ਪਾਤਸ਼ਾਹ ਕਹਿੰਦੇ ਇਹ ਨਾਟਕ ਖੇਡ ਰਹੇ ਹਾਂ ਅਸੀਂ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਿਨ ਆਖੀ ਸੋਈ ਕਰੇ, ਜਿਨੇ ਆਖੀ ਉਹ ਹੀ ਕਰਦਾ ਹੈ। ਜਿਨ ਕੀਤੀ ਤਿੰਨਾਂ ਥੱਟੀਐ, ਜਿਨੇ ਕੀਤੀ ਹੈ ਉਹ ਤਿੰਨਾਂ ਥੱਟੀਐ, ਉਹਨੇ ਹੀ ਥਾਟ ਬਣਾਇਆ, ਸਾਂਗ ਬਣਾਇਆ ਇਹ। ਅਤੇ ਜਿਹੜੀ ਅਖੀਰਲੀ ਪੌੜੀ ਦੀ ਅੱਧੀ ਪੰਕਤੀ ਹੈ ਉਹਦੇ ਵਿੱਚ ਤਾਂ ਬਿਲਕੁਲ ਹੀ ਸਾਫ਼ ਕਰ ਦਿੰਦੇ ਵੀ ਇਹਦੇ ਵਿੱਚ ਦੋਸ਼ ਨਹੀਂ ਕਿਸੇ ਦਾ, ਨਾ ਆਗਿਆ ਮੰਨਣ ਵਿੱਚ ਅਤੇ ਨਾ ਆਗਿਆ ਮੰਨਣ ਵਿੱਚ ਕੋਈ ਵਡਿਆਈ ਹੈ ਕਿਸੇ ਦੀ, ਅਤੇ ਨਾ ਆਗਿਆ ਨਾ ਮੰਨਣ ਦੇ ਵਿੱਚ ਦੋਸ਼ ਹੈ ਕਿਸੇ ਦਾ। ਕੌਣ ਹਾਰੇ ਕਿਨ ਉਹ ਵਟੀਐ। ਇਹ ਧਿਆਨ ਨਾਲ ਸੁਣਨ ਵਾਲੀ ਪੰਕਤੀ ਹੈ। ਕੌਣ ਹਾਰੇ ਕਿਨ ਉਹ ਵਟੀਐ। ਕਹਿੰਦੇ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ, ਕੌਣ ਇਹਦੇ ਵਿੱਚ ਹਾਰਦਾ ਹੈ। ਵੀ ਜੇ ਸਿੱਖ ਹਾਰ ਜਾਂਦੇ ਨੇ, ਬਾਬਾ ਬੁੱਢਾ ਸਾਹਿਬ, ਭਾਈ ਸਧਾਰਨ ਅਤੇ ਜਿਹੜੇ ਸਾਹਿਬਜ਼ਾਦੇ ਸਨ ਝਾੜੀਆਂ ਦੇ ਓਹਲੇ ਹੋ ਗਏ ਜਦੋਂ ਮੁਰਦਾ ਖਾਣ ਦੀ ਗੱਲ ਆਈ ਸੀ। ਉੱਥੇ ਕੌਣ ਹਾਰਿਆ? ਇਹ ਵੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੁਹਾਡੀ ਹੀ ਕਲਾ ਸਾਰੀ ਚੱਲਦੀ। ਹਾਰਨ ਵਾਲਿਆਂ ਵਿੱਚ ਵੀ ਤੁਸੀਂ ਉੱਧਰ ਉਹਨਾਂ ਨੂੰ ਉਸ ਪਾਸੇ ਲਾਇਆ ਹੋਇਆ। ਅਤੇ ਕੌਣ ਉਵੱਟਿਆ ਅਤੇ ਕਿਹੜਾ ਜਿੱਤਿਆ। ਜਿੱਤਣ ਵਿੱਚ ਕਿਸੇ ਦੀ ਕੋਈ ਖਾਸੀਅਤ ਵਿਸ਼ੇਸ਼ਤਾ ਨਹੀਂ, ਭਾਵੇਂ ਕਿ ਸੇਵਾ ਕੀਤੀ ਭਾਈ ਲਹਿਣਾ ਜੀ ਨੇ, ਪਰ ਉੱਥੇ ਵੀ ਅੰਦਰ ਗੁਰੂ ਵਰਤਦਾ ਪਿਆ। ਦੂਜੀ ਗੱਲ ਇੱਕ ਹੋਰ ਬੇਨਤੀ ਕਰਦਾ ਜਾਵਾਂ ਇੱਥੇ ਅੱਗੇ, ਇਹ ਪ੍ਰਸੰਗ ਹੁਣ ਇੱਥੇ ਸਮਾਪਤ ਹੋਣ ਵਾਲਾ ਹੈ ਕਿ ਇੱਥੇ ਅੱਗੇ ਜਾ ਕੇ ਇੱਕ ਪੰਕਤੀ ਆਵੇਗੀ ਜਿਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖੋ ਜੇ ਕਿਉਣ। ਉੱਥੇ ਹੁਣ ਇਕੱਲੇ ਪੁੱਤਰਾਂ ਨੂੰ ਨਹੀਂ ਕੋਖਿਆ ਗੁਰੂ ਸਾਹਿਬ ਨੇ। ਮੈਂ ਉਹੀ ਗੱਲ ਵਾਰ-ਵਾਰ ਕਹਿਣੀ ਚਾਹੁੰਦਾ ਮੁੜ ਕੇ ਵੀ ਇੱਥੇ ਸਿੱਖਾਂ ਪੁੱਤਰਾਂ ਕਿਹਾ ਹੈ, ਸਿੱਖਾਂ ਨੂੰ ਵੀ ਕੋਖਿਆ, ਸਿੱਖਾਂ ਦੀ ਵੀ ਪਰਖ ਕੀਤੀ ਨਾਲ, ਅਤੇ ਪੁੱਤਰਾਂ ਨੂੰ ਵੀ ਕੋਖਿਆ, ਅਤੇ ਸਾਰੇ ਸਿੱਖਾਂ ਦੇ ਪੁੱਤਰਾਂ ਨੂੰ ਕੋਖਿਆ। ਅਤੇ ਹੁਣ ਜੇ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਚੰਦ ਕਈਆਂ ਗੱਲਾਂ ਨੂੰ ਮੰਨਦੇ ਨਹੀਂ, ਅਤੇ ਸਾਧ ਸੰਗਤ ਜੀ ਦੂਜੇ ਪਾਸੇ ਫਿਰ ਇਹ ਜਿਹੜੇ ਸਿੱਖ ਨੇ ਕਈਆਂ ਨੇ ਉਹਨਾਂ ਨੇ ਵੀ ਨਹੀਂ ਮੰਨੀ, ਫਿਰ ਉਹਨਾਂ ਨੂੰ ਵੀ ਛੇਕ ਦਿਓ ਕਿ ਪੰਥ ਦੇ ਵਿੱਚੋਂ ਵੀ ਇਹ ਪਖੰਡੀ ਨੇ ਜੀ, ਫਲਾਣੇ ਨੇ। ਭਾਈ ਮੂਲੇ ਨੇ ਪਹਿਲੀ ਵਾਰੀ ਹੁਕਮ ਮੰਨ ਲਿਆ ਸੀ, ਦੂਜੀ ਵਾਰੀ ਲੁਕ ਗਿਆ, ਅਤੇ ਮਹਾਰਾਜ ਨੇ ਕਹਿ ਦਿੱਤਾ ਵੀ ਹੁਣ 10ਵੇਂ ਜਾਮੇ ਵਿੱਚ ਇਹਨੂੰ ਬਖਸ਼ ਦਿਆਂਗੇ। ਫਿਰ 10ਵੇਂ ਜਾਮੇ ਵਿੱਚ ਬਖਸ਼ ਦਿੱਤਾ ਸੀ। ਇਸ ਤਰ੍ਹਾਂ ਸਿੱਖਾਂ ਪੁੱਤਰਾਂ ਕੋਖ ਕੈ, ਸਿੱਖਾਂ ਦੀ ਵੀ ਪਰਖ ਲਈ ਹੈ ਅਤੇ ਪੁੱਤਰਾਂ ਦੀ ਵੀ ਬਰਾਬਰ ਹੀ ਹੈ। ਮੇਰੇ ਕਹਿਣ ਦਾ ਸਿਰਫ ਮੇਰਾ ਇੰਨਾ ਮਤਲਬ ਹੈ ਕਿ ਐਵੇਂ ਕੰਧ ਵਿੱਚ ਸਿਰ ਨਾ ਮਾਰੋ। ਇਹ ਜਿਹੜਾ ਤੁਸੀਂ ਬਾਬੇ ਸ੍ਰੀ ਚੰਦ ਦੀ ਗੱਲ ਵਾਰ-ਵਾਰ ਕਰੀ ਜਾਂਦੇ ਹੋ, ਕੁਝ ਵਿਚਾਰ ਕਰੋ ਬਾਣੀ ਦੇ ਉੱਤੇ ਔਰ ਇਤਿਹਾਸ ਦੇ ਉੱਤੇ ਵੀ ਇਹ ਇੰਨਾ ਮਸਲਾ ਸੀਰੀਅਸ ਨਹੀਂ ਵੀ ਸਿੱਖ ਕੌਮ 'ਚੋਂ ਤੁਸੀਂ ਬਾਬੇ ਸ੍ਰੀ ਚੰਦ ਤੇ ਉਦਾਸੀਆਂ ਨੂੰ ਕੱਢ ਦਿਓਗੇ ਅਤੇ ਬਾਅਦ ਵਿੱਚ ਪਤਾ ਨਹੀਂ ਤੁਸੀਂ ਕੀ ਬਣ ਜਾਣਾ ਹੈ। ਇਹ ਅੰਗ ਹੈ, ਸਗੋਂ ਸਿੱਖੀ ਦੇ ਅੰਗ ਨੇ ਸਾਰੇ ਸੰਪਰਦਾਵਾਂ ਨੇ। ਤੁਸੀਂ ਇਹਨਾਂ ਨੂੰ ਇਕੱਠਿਆ ਕਰੋ, ਸਗੋਂ ਇਹਨਾਂ ਦਾ ਸੁਧਾਰ ਕਰੋ। ਜਿੰਨਾ ਤੁਸੀਂ ਦੂਰ ਭੱਜਦੇ ਹੋ ਉਹਨਾਂ ਇਹਨਾਂ ਵਿੱਚ ਅਨਮਤੀ ਆ ਕੇ ਵੜ ਜਾਂਦੇ ਨੇ। ਉਹ ਅਨਮਤੀ ਆ ਕੇ ਆਪਣੀ ਮਨਮਰਜ਼ੀ ਕਰਦੇ, ਫਿਰ ਤੁਸੀਂ ਰੋਂਦੇ ਹੋ ਵੀ ਉੱਥੇ ਆਹ ਹੋ ਗਿਆ ਜੀ, ਫਲਾਣਾ ਹੋ ਗਿਆ ਜੀ। ਉੱਥੇ ਤਾਂ ਹੋਣਾ ਹੀ ਹੈ। ਜਦੋਂ ਤੁਸੀਂ ਆਪਣੇ ਘਰ ਨੂੰ ਛੱਡ ਕੇ, ਆਪਣੇ ਦੇਸ਼ ਨੂੰ ਛੱਡ ਕੇ, ਉਹਦੇ ਬਾਰਡਰ ਦੀਆਂ ਹੱਦਾਂ ਛੱਡ ਕੇ ਪਿੱਛੇ ਹਟ ਜਾਂਦੇ ਹੋ, ਫਿਰ ਦੁਸ਼ਮਣ ਨੇ ਤੇ ਆਉਣਾ ਹੀ ਉੱਥੇ, ਉਹਨਾਂ ਦੀ ਮਰਜ਼ੀ ਕਰਨੀ ਆਪਣੀ। ਇਹ ਤੁਹਾਡੀ ਗਲਤੀ ਹੈ। ਇਸ ਕਰਕੇ ਇਹ ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖੋ ਜੇ ਕਿਉਂ। ਸਾਰੀ ਉਮਤ ਕਹਿੰਦੀ ਵੇਖੋ ਵੀ ਕੀ ਕੀਤਾ ਗੁਰੂ ਸਾਹਿਬ ਨੇ, ਵੀ ਸਾਰੇ ਸਿੱਖਾਂ ਨੂੰ ਅਤੇ ਪੁੱਤਰਾਂ ਨੂੰ ਕੋਖਿਆ ਹੈ, ਪਰਖਿਆ ਹੈ ਜਾਂ ਸੁੱਧੋ ਸੂ। ਜਦੋਂ ਸੋਧਿਆ ਚੰਗੀ ਤਰ੍ਹਾਂ ਸਾਰਿਆਂ ਨੂੰ ਕਹਿੰਦੇ ਤਾਂ ਲਹਿਣਾ ਟਿਕਿਓਨ, ਉਦੋਂ ਲਹਿਣਾ ਟਿਕ ਗਿਆ। ਭਾਵ ਗੁਰੂ ਸਾਹਿਬ ਦੇ ਬਰਾਬਰ ਤੇ ਉਹ ਜਿਹੜੀ ਦੇਸ਼ ਅੱਗੇ ਦੇ ਸ਼ਬਦ ਆਉਣਗੇ, ਕਈ ਕਾਰਨ ਨੇ ਵੀ ਭਾਈ ਲਹਿਣੇ ਨੂੰ ਗੁਰਤਾ ਗੱਦੀ ਕਿਉਂ ਦਿੱਤੀ ਹੈ। ਇਸ ਤਰ੍ਹਾਂ ਅਖੀਰਲੀ ਪੰਕਤੀ ਹੈ,
ਕੌਣ ਹਾਰੇ ਕਿਨ ਉਹ ਵਟਿਐ, ਕੌਣ ਜਿੱਤਦਾ 10 ਪਾਤਸ਼ਾਹਾਂ ਦੇ ਨਾਲ ਰਹਿਣ ਵਾਲੇ ਗੁਰੂ ਸਾਹਿਬ ਦੇ ਕੋਲ, ਤੇ ਕੌਣ ਹਾਰਦਾ ਹੈ। ਇਹ ਸਾਰੀ ਗੁਰੂ ਸਾਹਿਬ ਦੀ ਖੇਡ ਹੈ। ਇਸ ਕਰਕੇ ਸਾਨੂੰ ਇਸ ਤਰ੍ਹਾਂ ਦੇ ਵਿਤਕਰੇ ਛੱਡ ਕੇ ਅਸਲੀਅਤ ਗੱਲ 'ਤੇ ਤੁਰਨਾ ਚਾਹੀਦਾ, ਨਾ ਕਿ ਪੱਖ ਲੈਣਾ ਚਾਹੀਦਾ ਹੈ। ਅਤੇ ਮੇਰਾ ਵੀ ਕੋਈ ਪੱਖ ਨਹੀਂ ਹੈ, ਮੇਰਾ ਵੀ ਕੋਈ ਉਦਾਸੀਨ ਯਾਨੀ ਕਿ ਇਹ ਨਹੀਂ ਮੈਂ ਪੱਖ ਕਰ ਰਿਹਾ ਕਿਸੇ ਦਾ, ਮੈਂ ਸੱਚਾਈ ਕਹਿ ਰਿਹਾ। ਜਿਹੜੀ ਸੱਚ ਹੈ ਉਹ ਪ੍ਰਵਾਨ ਕਰਨੀ ਚਾਹੀਦੀ ਹੈ। ਜਿਨ ਕੀ ਤੀਸੋ ਮੰਨਣਾ ਕੋ ਸਾਲ ਜਿਵਾਹੇ ਸਾਲੇ। ਮਹਾਰਾਜ ਇੱਥੇ ਜਿਹੜੇ ਸੱਤਾ ਤੇ ਬਲਵੰਡਾ ਕਹਿੰਦੇ ਵੀ ਇਹ ਤਾਂ ਵੇਖੋ ਇਹਦੇ ਵਿੱਚ ਕਹਿਣ ਵਾਲੀ ਗੱਲ ਨਹੀਂ। ਜਿਨ ਕੀਤੀ ਸੋ ਮੰਨਣਾ, ਜਿਨਨੇ ਸੇਵਾ ਕੀਤੀ ਗੁਰੂ ਸਾਹਿਬ ਨੇ ਉਹਨੇ ਮੰਨਿਆ ਹੀ ਜਾਣਾ ਹੈ। ਲੋਕਾਂ ਦੇ ਵਿੱਚ ਸੰਗਤ ਵਿੱਚ ਉਹਦਾ ਸਨਮਾਨ ਆਪਣੇ ਆਪ ਹੀ ਹੋ ਜਾਣਾ ਹੈ। ਕਰਾ ਗੁਰੂ ਰਿਹਾ ਹੈ, ਗੁਰੂ ਕਰਾ ਰਿਹਾ ਹੈ। ਪਰ ਜਿਨ ਕੀਤੀ ਸੋ ਮੰਨਣਾ, ਜਿਨਨੇ ਸੇਵਾ ਕੀਤੀ ਭਾਈ ਲਹਿਣੇ ਨੇ ਉਹਨੇ ਮੰਨਣਾ ਹੈ। ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ, ਉਹਨਾਂ ਨੂੰ ਲੋਕਾਂ ਨੇ ਮੰਨਣਾ ਹੈ। ਅੱਗੇ ਫਿਰ ਉਦਾਹਰਨ ਦਿੰਦੇ ਨੇ, ਕਹਿੰਦੇ ਕੋ ਸਾਲ, ਸਾਲ ਮੈਨੇ ਸ੍ਰੇਸ਼ਟ, ਸਾਰ ਇਹ ਸਾਲ ਮੈਨੇ ਸ੍ਰੇਸ਼ਟ। ਇਹਨਾਂ ਦੋਵਾਂ ਵਿੱਚੋਂ ਸ੍ਰੇਸ਼ਟ ਕਿਹੜਾ ਹੈ? ਇੱਕ ਉਹ ਤੇ ਜਿਹੜੇ ਹੁਕਮ ਮੰਨਣ ਵਾਲੇ ਨੇ, ਇੱਕ ਜਿਹੜੇ ਨਹੀਂ ਮੰਨਣ ਵਾਲੇ। ਇਹਨਾਂ ਵਿੱਚੋਂ ਸ੍ਰੇਸ਼ਟ ਕਿਹੜਾ ਹੈ? ਕਹਿੰਦੇ ਕੋ ਸਾਲ ਜਿਵਾਹੇ ਸਾਲੀ। ਜਿਵਾਹਾ ਚੰਗਾ ਹੈ ਕਿ ਸਾਲੀ ਚੰਗੀ? ਜਿਵਾਹਾ ਉਹਨੂੰ ਕਹਿੰਦੇ ਨੇ ਜੋ ਦਰਿਆਵਾਂ ਦੇ ਕੰਢੇ ਵਿੱਚ ਰੇਤਾ ਇਕੱਠਾ ਹੋ ਜਾ ਉਹਦੇ ਵਿੱਚ ਉੱਗਦਾ ਹੈ, ਅਤੇ ਜਦੋਂ ਮੀਂਹ ਪੈਣ ਲੱਗੇ ਉਦੋਂ ਉਹ ਸੁੱਕ ਜਾਂਦਾ ਹੈ। ਅਤੇ ਸਾਲੀ ਮੈਨੇ ਮੂੰਜੀ, ਝੋਨਾ ਜਿਹੜਾ ਹੈ, ਝੋਨਾ ਨੀਵੇਂ ਥਾਂ 'ਤੇ ਹੁੰਦਾ ਹੈ, ਅਤੇ ਉਹ ਜਦੋਂ ਮੀਂਹ ਪਵੇ ਤਾਂ ਖੁਸ਼ ਹੁੰਦਾ, ਉਹਦੇ 'ਚੋਂ ਪੱਤਰ ਨਿਕਲਦੇ ਨੇ। ਇਸ ਤਰ੍ਹਾਂ ਜਿਹੜੇ ਮਨਮੁਖ ਨੇ ਉਹ ਗੁਰੂ ਕਾ ਉਪਦੇਸ਼ ਸੁਣ ਕੇ ਸੁੱਕ ਜਾਂਦੇ ਨੇ, ਅਤੇ ਜਿਹੜੇ ਗੁਰਮੁਖ ਨੇ ਉਹ ਸਾਲੀ ਯਾਨੀ ਕਿ ਮੂੰਜੀ ਵਰਗੇ ਹਨ, ਝੋਨੇ ਵਰਗੇ ਹਨ, ਉਹ ਹੋਰ ਖਿੜਦੇ ਹਨ। ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ। ਗੁਰੂ ਅੰਗਦ ਦੇਵ ਧਰਮ ਰਾਏ ਦੇਵਤੇ ਵਾਂਗ ਹੈ। ਧਰਮ ਰਾਜੇ ਨਿਆਂ ਕਰਨ ਵਾਲੇ ਨੇ ਸੱਚੇ ਪਾਤਸ਼ਾਹ, ਤੇ ਦਲਾਲੀ ਕਰਦੇ ਜੋ ਧਰਮਰਾਜ ਅੱਗੇ ਜੋ ਫੈਸਲਾ ਕਰ ਦਿੰਦੇ ਉਹ ਮੰਨਣੀ ਪੈਂਦੀ ਸਾਰਿਆਂ ਨੂੰ। ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ। ਸਤਿਗੁਰੂ ਜੀ ਜੋ ਕੁਝ ਕਹਿੰਦੇ ਨੇ ਸੱਚਾ ਕਰੇ, ਜਿਹਨੂੰ ਸੱਚਾ ਕਰ ਦਿੰਦੇ ਨੇ ਮਹਾਰਾਜ। ਕਹਿਣ ਲੱਗੇ ਜਿਹਨੂੰ ਕਹਿ ਦਿੰਦੇ ਵੀ ਇਹ ਸੱਚਾ ਹੈ, ਉਹ ਸਭ ਬਾਤ ਹੋਇਆ ਦਰਹਾਲੀ। ਦਰਹਾਲੀ ਮੈਨੇ ਉਸੇ ਵੇਲੇ ਉਸੇ ਵਕਤ ਉਹ ਜਿਹੜੀ ਗੱਲ ਹੈ ਰੱਬ ਦੇ ਘਰ ਵਿੱਚ ਮੰਨੀ ਜਾਂਦੀ ਹੈ। ਗੁਰ ਅੰਗਦ ਦੀ ਦੋਹੀ ਫਿਰੇ ਸੱਚ ਕਰਤੈ ਬੰਦ ਬਹਾਲੇ। ਕਹਿਣ ਲੱਗੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਵਡਿਆਈ ਦੀ ਧੁੰਮ ਪੈ ਗਈ ਚੌਹਾਂ ਪਾਸੇ। ਸੱਚੇ ਕਰਤੇ ਨੇ ਬੰਧਾਨ ਬਣਾ ਕੇ ਬਹਾਲ ਕੀਤਾ ਹੈ। ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੇ। ਇਹ ਗੁਰੂ ਨਾਨਕ ਸਾਹਿਬ ਵੀ ਕਾਇਆ ਪਲਟ ਕੇ ਗੁਰੂ ਅੰਗਦ ਦੇਵ ਜੀ ਦਾ ਰੂਪ ਬਣ ਗਏ ਨੇ, ਔਰ ਤਖਤ ਮਲ ਕੇ ਸਹਿ ਡਾਲੀਆਂ ਵਾਲੇ, ਸਹਿ ਭਾਵ ਸੈਂਕੜੇ ਗੁਣਾ ਵਾਲੇ ਗੁਰੂ ਅੰਗਦ ਦੇਵ ਜੀ ਬੈਠ ਗਏ ਹਨ। ਦਰ ਸੇਵੇ ਉਹ ਮਤ ਖੜੇ ਮਸਕਲੇ ਹੋਏ ਜੰਗਾਲੇ। ਤੇ ਗੁਰੂ ਅੰਗਦ ਦੇਵ ਜੀ ਦੇ ਦਰ ਦੇ ਉੱਤੇ ਖਲੋਤੀ ਹੋਈ ਸੰਗਤ ਉਮਤ ਜਿਹੜੀ ਏ ਉਹ ਸੇਵਾ ਕਰਦੀ ਹੈ, ਔਰ ਗੁਰੂ ਕੇ ਸਿੱਖ ਆਪਣੇ ਜੀਵਨ ਦੇ ਜਿਹੜੇ ਅੰਦਰ ਕਰਮਾਂ ਦੇ ਜਿਹੜੇ ਪਿਛਲੇ ਜੰਗਾਲ ਲੱਗੇ ਹੋਏ ਹਨ, ਜਿਵੇਂ ਕਿਸੇ ਲੋਹੇ ਨੂੰ ਜੰਗਾਲ ਲੱਗ ਜਾਏ ਅਤੇ ਉਹ ਮਸ਼ਕਲਾ ਹੁੰਦਾ ਜਿਹੜਾ ਇੱਕ, ਉਹਦੇ ਨਾਲ ਰਗੜ ਕੇ ਲਾਹ ਦੇਈਦਾ ਹੈ। ਇਸ ਤਰ੍ਹਾਂ ਗੁਰੂ ਕੇ ਉਪਦੇਸ਼ ਦੇ ਮਸ਼ਕਲੇ ਦੇ ਨਾਲ ਜਿਹੜਾ ਜੰਗਾਲ ਲੱਗਾ ਪਿਛਲੇ ਜਨਮਾਂ ਦਾ, ਉਹ ਗੁਰੂ ਕੇ ਸਿੱਖ ਲਾਹ ਲੈਂਦੇ ਹਨ। ਦਰਵੇਸ਼ ਖਸਮਦੈ ਨਾਏ ਸੱਚੇ ਬਾਣੀ ਲਾਲੇ। ਇਸ ਤਰ੍ਹਾਂ ਦਰਵੇਸ਼ ਬਣ ਕੇ ਖਸਮ ਦੇ ਦਰ 'ਤੇ ਗੁਰੂ ਅੰਗਦ ਦੇਵ ਜੀ ਪ੍ਰਵਾਨ ਹੋ ਗਏ ਹਨ। ਉਹਨਾਂ ਦੇ ਚਿਹਰੇ ਤੇ ਬਾਣੀ ਦੀ ਸੱਚੀ ਲਾਲੀ ਚੜੀ ਹੋਈ ਹੈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੇ। ਤੇ ਮਾਤਾ ਜਿਹੜੀ ਖੀਵੀ ਹੈ, ਇਹ ਬਲਵੰਡ ਕਹਿ ਰਹੇ ਨੇ। ਬਲਵੰਡ ਨੇ ਆਪਣਾ ਨਾਂ ਵਰਤਿਆ, ਜੋ ਪਿੱਛੇ ਬਲਵੰਡ ਰਾਏ ਬਲਵੰਡ ਦੀ ਗੱਲ ਆਈ ਹੈ। ਉਹ ਕਹਿੰਦੇ ਵੀ ਖੀਵੀ ਨੇਕ ਜਨ, ਨੇਕ ਇਸਤਰੀ ਹਨ, ਬੜੇ ਸੋਹਣੇ ਭਲੇ ਸੁਭਾਅ ਵਾਲੇ ਹਨ ਮਾਤਾ ਖੀਵੀ ਜੀ। ਇਹ ਜਿਹੜੇ ਗੁਰੂ ਅੰਗਦ ਦੇਵ ਜੀ ਦੇ ਪਤਨੀ ਮਹਿਲ ਹਨ, ਉਹ ਬੜੇ ਸੋਹਣੇ ਸੁਭਾਅ ਵਾਲੇ ਹਨ। ਅਤੇ ਜਿਵੇਂ ਬਹੁਤੀ ਉਹਨਾਂ ਦੀ ਛਾਂ ਹੁੰਦੀ ਪਤਰਾਲੀ ਪੱਤਰਾਂ ਵਾਲੀ, ਉਹਨਾਂ ਦੇ ਕੋਲ ਬੈਠਿਆਂ ਇਸ ਤਰ੍ਹਾਂ ਠੰਡ ਪੈਂਦੀ ਹੈ ਮਨ ਨੂੰ। ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੇ। ਇੱਧਰ ਲੰਗਰ ਵਰਤਿਆ ਹੈ, ਗੁਰੂ ਅੰਗਦ ਦੇਵ ਜੀ ਦਾ ਸ਼ਬਦ ਦਾ ਲੰਗਰ ਵਰਤਦੇ ਨੇ ਪਏ। ਗੁਰੂ ਕਾ ਨਾਮ ਦਾ ਦਾਨ ਸਿੱਖਾਂ ਨੂੰ ਦੇ ਰਹੇ ਨੇ, ਵੰਡ ਰਹੇ ਨੇ। ਅਤੇ ਦੂਜੇ ਪਾਸੇ ਲੰਗਰ ਦੇ ਵਿੱਚ ਮਾਤਾ ਖੀਵੀ ਜੀ ਰਸ ਅੰਮ੍ਰਿਤ ਖੀਰ ਘਿਆਲੀ, ਉੱਥੇ ਘਿਓ ਵਾਲੀ ਖੀਰ ਜਿਹੜੀ ਹੈ ਉਹ ਵੰਡਦੇ ਨੇ। ਰਸ ਅੰਮ੍ਰਿਤ ਖੀਰ ਘਿਆਲੀ, ਬੜੇ ਕਹਿੰਦੇ ਉੱਥੇ ਮੀਟ ਵਰਤਦਾ ਸੀ, ਫਲਾਣਾ ਵਰਤਦਾ ਸੀ। ਇੱਥੇ ਇੱਕ ਪੰਕਤੀ ਪਾ ਹੀ ਦਿੰਦੇ ਫਿਰ ਇਹ ਜਿਹੜੇ
ਆਪਣੇ ਸੱਤਾ ਤੇ ਬਲਵੰਡਾ ਨੇ ਵੀ ਉੱਥੇ ਵੀ ਜੇ ਬੱਕਰੇ ਚੱਲਦੇ ਸਨ। ਇੱਥੇ ਲਿਖਿਆ ਤੇ ਕਿਤੇ ਨਹੀਂ, ਇੱਥੇ ਤੇ ਲਿਖਿਆ ਹੋਇਆ ਰਸ ਅੰਮ੍ਰਿਤ ਖੀਰ ਘਿਆਲੀ, ਘਿਓ ਵਾਲੀ ਖੀਰ ਵਰਤਦੀ ਹੈ ਉੱਥੇ। ਉਹ ਚੜ੍ਹਾ ਕੇ ਜਾਂਦੇ ਸੀ ਦੁੱਧ ਜਿਹੜੇ ਗੁਰੂ ਸਾਹਿਬ ਦੀ ਸ਼ਰਧਾ ਦੇ ਨਾਲ, ਉਹ ਫਿਰ ਘਿਓ ਵੀ ਬੜਾ ਬਣਦਾ ਸੀ, ਵੀ ਸੰਗਤ ਨੂੰ ਛਕਾ ਦਿੰਦੇ ਸਨ। ਗੁਰ ਸਿੱਖਾ ਕੇ ਮੁਖ ਉਜਲੇ, ਮਨ ਮੁਖ ਤੀਏ ਪਰਾਲੇ। ਗੁਰੂ ਅੰਗਦ ਦੇਵ ਜੀ ਦੀ ਇਸ ਮਹਿਮਾ ਨੂੰ ਵੇਖ ਕੇ ਗੁਰੂ ਕੇ ਸਿੱਖਾਂ ਦੇ ਮੂੰਹ ਤੇ ਬੜੀ ਲਾਲੀ, ਇਹ ਬੜੇ ਚਾਅ ਚੜ ਜਾਂਦਾ ਉਹਨਾਂ ਦੇ, ਬਹੁਤ ਖੁਸ਼ ਹੁੰਦੇ ਨੇ ਗੁਰੂ ਕੇ ਸਿੱਖ ਗੁਰੂ ਕੀ ਵਡਿਆਈ ਵੇਖ ਕੇ। ਪਰ ਜਿਹੜੇ ਮਨਮੁਖ ਨੇ, ਜਿਹੜੇ ਈਰਖਾ ਕਰਦੇ ਨੇ ਗੁਰੂ ਸਾਹਿਬ ਦੇ ਨਾਲ, ਉਹ ਈਰਖਾ ਕਰਨ ਵਾਲੇ ਕੌਣ ਹੁੰਦੇ ਨੇ? ਉਹ ਹੀ ਹੁੰਦੇ ਨੇ ਜਿਹਦੇ ਕੱਲ੍ਹ ਹੀ ਆਇਆ ਸੀ ਲੈਣਾ, ਇੱਥੇ ਤੁਰਿਆ ਫਿਰਦਾ ਸੀ ਢਿੱਲਾ ਜਿਹਾ ਪਰਨਾ ਬੰਨ੍ਹ ਕੇ, ਅੱਜ ਗੁਰੂ ਬਣ ਬੈਠਾ, ਅੱਜ ਇਹ ਬਣ ਗਿਆ, ਫਲਾਣਾ ਬਣ ਗਿਆ। ਉਹਨਾਂ ਦੇ ਮੂੰਹ ਪਰਾਲੀ ਵਰਗੇ ਹੋ ਗਏ ਪੀਲੇ। ਪਏ ਕਬੂਲ ਖਸਮ ਨਾਲ, ਜਾਂ ਕਾਲ ਮਰਦੀ ਕਾਲੇ। ਗੁਰੂ ਅੰਗਦ ਦੇਵ ਜੀ ਖਸਮ ਦੇ ਦਰ ਤੇ ਕਬੂਲ ਹੋ ਗਏ ਨੇ, ਕਿਉਂਕਿ ਮਰਦਾਂ ਵਾਲੀ ਘਾਲ ਘਾਲੀ ਸਿਰ ਦੇ ਦਿੱਤਾ ਗੁਰੂ ਨਾਨਕ ਸਾਹਿਬ ਨੂੰ। ਮਾਤਾ ਖੀਵੀ ਸਹੁ ਸੋਏ, ਜਿਨ ਗੋਏ ਉਠਾਲੇ। ਜਿਹਨੇ ਧਰਤੀ ਚੁੱਕੀ ਹੋਈ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ, ਉਹ ਮਾਤਾ ਖੀਵੀ ਦੇ 100 ਪਤੀ ਹਨ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ। ਹੋਰਿਓ ਗੰਗ ਵਹਾਈਐ, ਦੁਨਿਆਈ ਆਖੈ ਕੇ ਕਿਉਨ। ਹੋਰਿਓ ਗੰਗ ਵਹਾਈ ਹੈ, ਕਹਿੰਦੇ ਤੇ ਪੁੱਠੀ ਗੰਗਾ ਵਹਾ ਦਿੱਤੀ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਨੇ। ਤੇ ਦੁਨੀਆ ਕਹਿੰਦੀ ਕਿ ਕਿਉਨ, ਇਹ ਕੀ ਕੀਤਾ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਸਾਹਿਬ ਜੀ ਨੇ ਕੀ ਕਰ ਦਿੱਤਾ ਹੈ? ਨਾਨਕ ਈਸਰ ਜਗਨਾਥ, ਉੱਚ ਹੱਦੀ ਵੈਣ ਵਿਰ ਕਿਉਨ। ਵੱਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਦੇ ਨਾਥ ਨੇ, ਉੱਚੀ ਹੱਦ ਦੇ ਵੈਣ ਮੈਨੇ ਗੱਲ, ਵੱਡੀ ਗੱਲ ਕਰ ਦਿੱਤੀ ਮਹਾਰਾਜ ਨੇ, ਵਿਰ ਕਿਉਨ ਖਿਲਾਰ ਦਿੱਤੀ। ਉਹ ਇਹ ਜਿਹੜੀ ਗੱਲ ਸੀ ਕਰ ਦਿੱਤੀ, ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾ ਦਿੱਤਾ ਹੈ। ਮਾਧਾਨਾ ਪਰਬਤ ਕਰ ਨੇਤਰ, ਬਾਸਕ ਸ਼ਬਦ ਰਿੜ ਕਿਉਨ। ਕਹਿੰਦੇ ਹਨ ਇਹ ਗੁਰੂ ਸਾਹਿਬ ਨੇ, ਗੁਰੂ ਅੰਗਦ ਦੇਵ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਪਰਬਤ ਇਹ ਮਧਾਣਾ ਬਣਾਇਆ ਹੈ, ਭਾਵ ਗੁਰੂ ਕਾ ਸ਼ਬਦ ਜਿਹੜਾ ਹੈ ਉਹਦੀ ਮਧਾਣੀ ਬਣਾ ਲਈਏ, ਉਹਦਾ ਪਰਬਤ ਬਣਾ ਲਿਆ। ਜਿਵੇਂ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ ਤੇ ਉਹਨਾਂ ਨੇ ਪਰਬਤ ਦੇ ਨਾਲ ਰਿੜਕਿਆ ਸੀ, ਉੱਥੇ ਇਹ ਗੁਰੂ ਕੇ ਸ਼ਬਦ ਦੇ ਰਾਹੀਂ ਆਪਣੇ ਆਪ ਨੂੰ ਰਿੜਕਿਆ, ਆਪਣੇ ਵਿੱਚੋਂ ਤੱਤ ਕੱਢੇ ਨੇ। ਤੇ ਉੱਥੇ ਮਧਾਣੀ ਬਣਾਈਏ ਆਪਣੀ ਸੁਰਤੀ ਦੀ। ਕਰ ਨੇਤਰ ਤੇ ਨੇਤਰਾ ਬਣਾਇਆ ਬਾਸਕ ਸੱਪ ਦਾ ਨਾਂ, ਉਹਨਾਂ ਸੱਪ ਦਾ ਬਣਾਇਆ ਸੀ ਨੇਤਰਾ, ਉਹ ਰੱਸੀ ਜਿਹੜੀ ਚੌਹਾਂ ਪਾਸੇ। ਤੇ ਇੱਥੇ ਬਣਾਇਆ ਮਨ ਨੂੰ ਬਾਸਕ, ਮਨ ਸੱਪ ਵਰਗਾ ਹੈ। ਤੇ ਸ਼ਬਦ ਰਿੜਕਿਓ ਨੂੰ ਗੁਰੂ ਕੇ ਸ਼ਬਦ ਦੇ ਵਿੱਚ ਪਾ ਕੇ ਮਧਾਣੀ ਨੂੰ ਰਿੜਕਿਆ ਹੈ। 14 ਰਤਨ ਨਿਕਾਲੇ ਹਨ, ਕਰ ਆਵਾ ਗਾਉਣ ਚਿਲ ਕਿਉਨ। ਔਰ ਉਸ ਸ਼ਬਦ ਦੇ ਰਿੜਕਣ ਦੇ ਵਿੱਚੋਂ ਕੀ ਕੱਢਿਆ ਗੁਰੂ ਨਾਨਕ ਸਾਹਿਬ ਜੀ ਨੇ? 14 ਰਤਨ, ਜਿਵੇਂ 14 ਰਤਨ ਉੱਥੋਂ ਕੱਢੇ ਸਨ ਆਪਣੇ ਸਮੁੰਦਰ ਦੇ ਵਿੱਚੋਂ, ਕਹਿੰਦੇ ਨੇ। ਇੱਥੇ ਗਿਣਤੀ ਨਹੀਂ, ਕੋਈ 14 ਸਨ ਕਿ 20 ਸਨ, ਪਤਾ ਨਹੀਂ ਕਿੰਨੇ ਕੁ ਗੁਣ ਕੱਢ ਦਿੱਤੇ ਗੁਰੂ ਨਾਨਕ ਸਾਹਿਬ ਨੇ। ਸਤ, ਸੰਤੋਖ, ਦਇਆ, ਧਰਮ, ਹੀਮਤ, ਮੋਹਕਮ, ਕਿੰਨੇ ਰਤਨ ਕੱਢ ਦਿੱਤੇ। ਨਾਮ ਸਿਮਰਨ, ਬੰਦਗੀ, ਬਾਣੀ, ਪੰਥ, ਗੁਰੂ ਕੇ ਦਰ, ਗੁਰਦੁਆਰੇ, ਕਿੰਨਾ ਕੁਝ ਕੱਢਤਾ ਸੱਚੇ ਪਾਤਸ਼ਾਹ ਨੇ, ਦਾਤਾਂ ਦੇ ਦਿੱਤੀਆਂ ਹਨ। ਇਹ ਰਤਨ ਕੱਢੇ ਹਨ ਸ਼ਬਦ ਦੇ ਰਿੜਕਣ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨੇ। ਤੇ ਆਵਾ ਗਾਉਣ ਵਾਲਾ ਜਿਹੜਾ ਸੰਸਾਰ ਹੈ ਦਾ, ਇਹਦੇ ਲੋਕ ਨੇ ਜਿਹੜੇ ਆਉਂਦੇ ਜਾਂਦੇ ਰਹਿੰਦੇ, ਚਿਲਕਿਉਨ, ਉਹਨਾਂ ਦੀ ਮੈਲ ਲਾ ਕੇ ਉਹਨਾਂ ਨੂੰ ਚਿਲਕਿਉਨ ਮੈਨੇ ਚਮਕਾ ਦਿੱਤਾ ਹੈ, ਉਹਨਾਂ ਦੀ ਮੈਲ ਲਾ ਦਿੱਤੀ ਹੈ। ਕੁਦਰਤ ਅਹੇ ਵੇਖਾਲੀਅਨ, ਜਿਨ ਐਵੜ ਪਿੰਡ ਠਿਣ ਕਿਉਨ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਆਪਣੀ ਕੁਦਰਤ ਜਿਹੜੀ ਹੈ, ਆਪਣੀ ਕਲਾ ਜਿਹੜੀ, ਆਪਣੀ ਸ਼ਕਤੀ ਇਹ ਵਿਖਾਲੀਅਨ ਕਿਹਨੂੰ ਵਿਖਾਈਏ? ਭਾਈ ਲਹਿਣੇ ਨੂੰ ਵਿਖਾਈ ਆਪਣੀ ਸ਼ਕਤੀ, ਸਾਰੀ ਸ਼ਕਤੀ ਵਿਖਾਤੀ, ਸਭ ਕੁਝ ਵਿਖਾਇਆ ਭਾਈ ਲਹਿਣੇ ਜੀ ਨੂੰ। ਉਹ ਪਿੱਛੇ ਆਪਾਂ ਸਾਰੀਆਂ ਗੱਲਾਂ ਕਰ ਚੁੱਕੇ ਹਾਂ ਵੀ ਕੀ ਕੁਝ ਵਿਖਾਤਾ, ਆਪਣਾ ਗਿਆਨ ਵੀ ਦਿੱਤਾ ਹੈ, ਬਾਣੀ ਵੀ ਉਚਾਰਨ ਕਰਨ ਦੀ ਸ਼ਕਤੀ ਬਖਸ਼ੀ ਹੈ, ਤੇ ਬਾਹਰੋਂ ਵੀ ਸ਼ਕਤੀਆਂ ਵਿਖਾਈਆਂ ਨੇ। ਕਿਉਂ ਵਿਖਾਈਆਂ ਨੇ? ਜਿਣ ਕੇ ਭਾਵ ਜਿਣਨ ਦੀ ਸ਼ਕਤੀ ਬਖਸ਼ ਦਿੱਤੀ, ਜਿੱਤਣ ਦੀ ਮਨ ਨੂੰ। ਐਵਡ ਪਿੰਡ ਠਿਣ ਕਿਉਨ, ਪਿੰਡ ਮੈਨੇ ਸਰੀਰ, ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਸਰੀਰ ਨੂੰ ਭਾਲਿਆ। ਇਹ ਤੇ ਥੋੜ੍ਹਾ ਜਿਹਾ ਰੁਕਾਂਗਾ। ਗੁਰੂ ਨੂੰ ਅਗਲਾ ਜਿਹੜਾ ਗੁਰੂ ਲੱਭਣ ਵਾਸਤੇ ਆਪਣੇ ਵਰਗਾ ਸਰੀਰ ਜਿਹਦੇ 'ਚੋਂ ਜੋਤ ਟਿਕਾ ਸਕੇ ਆਪਣੀ, ਇਹ ਬੜੇ ਯਤਨ ਦੇ ਨਾਲ ਕਰਨਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਵੇਖੋ